सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत है। मैं अमृत विरदी। बुलेटिन की शुरुआत करते हैं वड्डी खबर के नाल। तां पंजाबी कलाकार अते अदाकार हिमांशी खुराना कोरोना पॉजिटिव पाई गई है। जी हाँ, हिमांशी खुराना की कोरोना रिपोर्ट पॉजिटिव आई है। खास गल दस दें कि हिमांशी पिछले दिनों के जो धरना दिता गया नाभा के किसानों के हक च उस शामिल हुई सी, जिस तो बाद उन्होंने रिपोर्ट हुण पॉजिटिव आई है। हिमांशी ने दरअसल शूटिंग से जाने तो पहले टेस्ट करवाया, जिस दौरान उन्होंने कोरोना रिपोर्ट पॉजिटिव पाई गई है। हिमांशी ने कहा कि सारियां सावधानियां वरतन के बावजूद उन्होंने रिपोर्ट पॉजिटिव आई है। तो हुण कई होर कलाकारां ते उन्हां लोकां ते कोरोना का खतरा मंडराउणा शुरू हो गया, जिहड़े हिमांशी दे सीधे तौर पर संपर्क दे विच आया सी ते किसानां दे प्रदर्शन च शामिल हिमांशी खुराना कोरोना पॉजिटिव पाई गई है। दस दईए कि 25 सितंबर नूं किसानां दे अंदोलन दे विच हिमांशी शामिल हुई सी। हिमांशी खुराना ने खुद सोशल मीडिया ते जानकारी दी है, कहा कि शूटिंग ते जाने तो पहले टेस्ट करवाया, रिपोर्ट पॉजिटिव आई है। सारियां सावधानियां वरतन के बावजूद रिपोर्ट पॉजिटिव आई है। हिमांशी ने संपर्क दे विच आउण वालियां नूं टेस्ट करवाउण दे लई कहा है ते प्रदर्शन दे विच शामिल लोकां नूं सावधान रहण दी भी अपील कीती है। तां पंजाबी अदाकार अते गायक हिमांशी खुराना दी कोरोना रिपोर्ट पॉजिटिव आई है। हिमांशी 25 तारीख नूं जो नाभा दे विच कलाकारां दे वल्लों किसानां दे हक दे विच धरना दिता गया, उस दे विच शामिल हुई सी ते हुण हिमांशी दी रिपोर्ट पॉजिटिव आई है, जिस तो बाद कईयां ते हुण कोरोना का खतरा मंडराउणा शुरू हो गया, क्योंकि उस धरने दे विच पंजाबी गायक हरभजन मान, रंजीत बावा होर कई नामी गायक उस दे विच शामिल सी ते वड्डी गिणती दे विच लोक भी शामिल सी। हालांकि इस दौरान लोकां दे वल्लों कोरोना नियमां दा ध्यान भी नहीं रखिया गया सी। बहुत सारे लोग अजिहे भी सी जिहड़े बिना मास्क तो घूम रहे सी ते भीड़ इन्नी ज्यादा सी कि सोशल डिस्टेंसिंग किते भी नजर नहीं आ रही सी। हम तो बहुत देर से गले मिले हुए हैं। श्रोमणी अकाली दल इस खेल का विरोध करता है। अकाली दल ने एक अपने मोदी को ਜਿਹੜੇ ਆਪਣੇ ਪੰਜਾਬ ਵਿਰੋਧੀ ਹੈ, ਸਹੀ ਮਨੇ ਤੇ ਦੇਸ਼ ਦੇ ਕਿਸਾਨਾਂ ਦੇ ਵਿਰੋਧੀ ਹੈ। ਅਸੀਂ ਉਸ ਪਾਰਟੀ ਦੇ ਉਸ ਐਨਜੀਓ ਦਾ ਹਿੱਸਾ ਨਹੀਂ ਹੋ ਸਕਦੇ। ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਸਿਆਸੀ ਭੁਚਾਲ ਆਇਆ ਹੋਇਆ ਹੈ, ਕਿਉਂਕਿ 23 ਸਾਲ ਪੁਰਾਣਾ 9 ਮਾਸ ਦਾ ਰਿਸ਼ਤਾ ਖਤਮ ਹੋ ਗਿਆ ਹੈ। ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਟੁੱਟਣ ਤੋਂ ਬਾਅਦ ਜਿੱਥੇ ਲਗਾਤਾਰ ਸਿਆਸਤ ਪੱਕੀ ਹੋਈ ਹੈ, ਉੱਥੇ ਬੀਜੇਪੀ ਵੀ ਹੁਣ ਅੱਗੇ ਦੀ ਰਣਨੀਤੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ। ਬੀਜੇਪੀ ਦੇ ਵਿੱਚ ਲਗਾਤਾਰ ਹਲਚਲ ਹੈ। ਬੀਜੇਪੀ ਕੋਰ ਕਮੇਟੀ ਦੀ ਬੈਠਕ ਚੰਡੀਗੜ੍ਹ ਦੇ ਵਿੱਚ ਚੱਲ ਰਹੀ ਹੈ। ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਬੈਠਕ ਚੱਲ ਰਹੀ ਹੈ। ਬੈਠਕ ਦੇ ਵਿੱਚ ਮੰਥਨ ਕੀਤਾ ਜਾ ਰਿਹਾ ਹੈ ਅੱਗੇ ਦੀ ਰਣਨੀਤੀ ਤੇ। ਗੱਠਜੋੜ ਟੁੱਟਣਾ ਮੰਦਭਾਗੀ ਗੱਲ ਹੈ। ਮਾਸਟਰ ਮੋਹਨ ਲਾਲ बीजेपी ਆਗੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਲਾਲ ਤਾਂ ਜ਼ਰੂਰ ਹੈ ਕਿ ਇੰਨਾ ਪੁਰਾਣਾ ਰਿਸ਼ਤਾ ਅਚਾਨਕ ਟੁੱਟ ਗਿਆ, ਤੇ ਇਹ ਵੀ ਉਹਨਾਂ ਨੇ ਕਿਹਾ ਕਿ ਬੀਜੇਪੀ ਅੱਗੇ ਵੱਡੀ ਪਾਰਟੀ ਬਣ ਕੇ ਉਭਰੇਗੀ ਪੰਜਾਬ ਦੇ ਵਿੱਚ 2022 ਦੇ ਵਿੱਚ। ਨਾਲ ਹੀ ਬੀਜੇਪੀ ਇਹ ਵੀ ਕਹਿ ਰਹੀ ਹੈ ਕਿ ਅਕਾਲੀ ਦਲ ਨੇ ਜਲਦਬਾਜ਼ੀ ਕੀਤੀ ਹੈ। 2022 ਦੇ ਵਿੱਚ ਇੱਕ ਵੱਡੀ ਸਿਆਸੀ ਧਿਰ ਬਣ ਕੇ ਬੀਜੇਪੀ ਉਭਰੇਗੀ, ਚੋਣਾਂ ਲੜੇਗੀ ਵੀ ਤੇ ਚੋਣਾਂ ਜਿੱਤ ਕੇ ਵੀ ਦਿਖਾਵੇਗੀ। ਬੀਜੇਪੀ ਦਾ ਦਾਅਵਾ ਹੈ ਕਿ ਅਸੀਂ 117 ਸੀਟਾਂ ਤੇ ਆਪਣੇ ਕੈਂਡੀਡੇਟ ਤਿਆਰ ਕੀਤੇ ਹੋਏ ਨੇ। ਹਾਲਾਂਕਿ ਅਕਾਲੀ ਦਲ ਦੇ ਵੱਲੋਂ ਜਦੋਂ ਇਹ ਕਿਹਾ ਜਾ ਰਿਹਾ ਕਿ ਸਾਨੂੰ ਬਿੱਲਾਂ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਤਾਂ ਬੀਜੇਪੀ ਦੇ ਵੱਲੋਂ ਪਲਟਵਾਰ ਕਰਦਿਆਂ ਕਿਹਾ ਗਿਆ ਕਿ ਬਿਨਾਂ ਜਾਣਕਾਰੀ ਤੋਂ ਹੀ ਅਕਾਲੀ ਦਲ ਇਹਨਾਂ ਬਿੱਲਾਂ ਦੀ ਪਹਿਲਾਂ ਹਿਮਾਇਤ ਕਰਦਾ ਰਿਹਾ। ਉਹ ਗੱਲ ਵੱਖਰੀ ਹੈ ਕਿ ਹੁਣ ਅਕਾਲੀ ਦਲ ਦੇ ਵੱਲੋਂ ਯੂ ਟਰਨ ਲੈ ਲਿਆ ਗਿਆ ਹੈ, ਪਰ ਮਨੋਰੰਜਨ ਕਾਲੀਆ ਨੇ ਕਿਹਾ ਕਿ ਅਕਾਲੀ ਦਲ ਦੇ ਨਾਲ ਬਿੱਲ ਵਿਚਾਰੇ ਗਏ ਸੀ ਤੇ ਅਕਾਲੀ ਦਲ ਨੂੰ ਬਿੱਲਾਂ ਦੇ ਬਾਰੇ ਪੂਰੀ ਜਾਣਕਾਰੀ ਸੀ। ਇਹ ਜਿਹੜੀ ਘਟਨਾ ਅਲਾਇੰਸ ਤੋੜਨ ਦੀ ਹੋਈ ਹੈ, ਬੜੀ ਮੰਦਭਾਗੀ ਘਟਨਾ ਹੈ। ਕੋਈ ਅਸੀਂ ਖੁਸ਼ ਨਹੀਂ ਹੈਗੇ ਇਸ ਗੱਲ ਤੇ, ਪਰ ਇਹ ਸ਼੍ਰੋਮਣੀ ਅਕਾਲੀ ਦਲ ਐਡਾ 100 ਸਾਲ ਪੁਰਾਣਾ ਰਾਜਨੀਤਿਕ ਦਲ ਆਪਣੇ ਗਠਬੰਧਨ ਨੂੰ ਸੜਕਾਂ ਤੇ ਤੋੜਦੇ, ਇਹ ਤੇ ਗੱਲ ਮੈਨੂੰ ਸਮਝ ਨਹੀਂ ਲੱਗੀ। ਇਹ ਤੇ ਮੈਨੂੰ ਗੱਲ ਸਮਝ ਆਉਂਦੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਇੱਕ ਟੇਬਲ ਤੇ ਬੈਠ ਕਰਕੇ ਵੱਖਰੇ ਹੋਣ ਦਾ ਫੈਸਲਾ ਕਰ ਲੈਣ। ਇਹ ਤੇ ਮੈਨੂੰ ਲੱਗਦਾ ਸੀਗਾ, ਮੈਨੂੰ ਇਹ ਲੱਗਦਾ ਸੀ ਕਿ ਕੋਰ ਕਮੇਟੀ ਭਾਰਤੀ ਜਨਤਾ ਪਾਰਟੀ ਦੀ ਬੈਠੇਗੀ, ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਬੈਠੇਗੀ, ਆਪਣੇ ਸੱਕੇ ਭਰਾਵਾਂ ਵਾਂਗੂ ਜਿਸ ਤਰ੍ਹਾਂ ਵੱਖ ਹੁੰਦੇ ਨੇ ਹੋ ਜਾਣਗੇ। ਪਰ ਤੁਸੀਂ ਸੜਕਾਂ ਤੇ ਆ ਜਾਓ, ਕਿਸਾਨਾਂ ਦੇ ਹੱਕ 'ਚ ਤੁਸੀਂ ਖੜੇ ਹੋ ਜਾਓ, ਸੜਕਾਂ ਜਾਮ ਕਰ ਦਿਓ ਔਰ ਤੁਸੀਂ ਅਲਾਇੰਸ 'ਚ ਵੀ ਰਹੋ।
ਇਹ ਗੱਲਾਂ ਤਾਂ ਨਹੀਂ ਮੰਨ ਸਕਦੀਆਂ। 3 ਮਹੀਨੇ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਤੇ ਇਹ ਕ੍ਰਿਸ਼ੀ ਦੇ ਤਿੰਨੇ ਆਰਡੀਨੈਂਸਾਂ ਦਾ ਤੁਸੀਂ ਸਮਰਥਨ ਕਰਦੇ ਰਹੋ, ਅਪਰੇਜ਼ਲ ਕਰਦੇ ਰਹੋ, ਕੈਬਨਿਟ ਮੰਤਰੀ ਦੇ ਨਾਤੇ ਤੁਸੀਂ ਇਹਨਾਂ ਬਿੱਲਾਂ ਦੇ ਡੀਟੋ ਕਰਦੇ ਰਹੋ। ਔਰ जिसले किसान जथेबंदियां इकट्ठियां होकर 20-25 सड़कों से आ गई, तुम समझा कि साडा धरातल खत्म हो गया और तुम कहता असीं अलायंस छड्डिया जी, असीं अलायंस छड्डिया जी। क्यों? कोई राजनीति च मान मर्यादा भी है कि नहीं है? कि साडे भाईवाल साडी पार्टी राष्ट्रीय जनतांत्रिक गठबंधन का हिस्सा रहे भैन जी हरसिमरत कौर बादल, जिस कैबिनेट च निर्णय आया उस कैबिनेट च वो हाजिर सन, उन्होंने दे समर्थन नाल निर्णय आया। उन्होंने संशोधन किए सुखबीर बादल जी ने, उन्होंने क्या कृषि मंत्री लिख के देन, असीं उन्होंने रिटन लैटर लिख के दिता जिस क्या ना MSP हटेगी ना ना मंडी हटेगी। जो सरदार प्रकाश सिंह बादल जी ने उसकी तारीफ की। सचमुच जो बिल है किसानों वास्ते अमृत है, ये किसानों वास्ते गेम चेंजर है। इन्होंने बिलों राही असीं किसानों की जिंदगी में परिवर्तन ला रहे हैं। ठीक है, उन्होंने कल रात फैसला किया, उन्होंने इच्छा है, लेकिन साडा फैसला अडिग अकाली दल नूं अपना एजेंडा लगता भी असी साडा एजेंडा फेल हो रहा है जी। वो क्यों फेल हो रहा है वो तो उन्होंने सोचना। वो रात मैसेज आ गया भी वो टुट गया, अद्धे घंटे बाद टैलीफोन आ गया कि जी सवेरे चंडीगढ़ पहुंचो, कॉरपोरेट की मीटिंग है। सो मैनू तो कल जिन्नी तुसीं गल कर उत्ते ज़्यादा कल उत्ते सरदार प्रकाश सिंह बादल जी की अगवाई थले पार्टी सी, वो पार्टी हुण नहीं रही है, हुण पेशेंस नहीं है। और फिर उसके बाद जिहड़ा हैगा हुण भी जिहड़ा हैगा कि जदों भी असी जिहड़ी साडी राष्ट्रीय लीडरशिप हैगी, नैशनल लीडरशिप हमेशा जिहड़ा हैगा श्रोमणी अकाली दल नूं उन्हां दी लीडरशिप नूं तरजीह दिंदी रही पंजाब के मामले दे विच। हाले कि सानूं शिकायत रहिंदी सीगी कि भी पंजाब यूनिट BJP नूं कि भी सानूं वो इंपॉर्टेंस साडा नेतृत्व नहीं दिंदा। सो उस नाते जिहड़ा जदों हुण भी कृषि बिल आया है तो असीं इन्हां नूं अगे लगाया और उस नाते जिहड़ा हैगा कि भी इन्होंने बिल्कुल कहा कि भी जिहड़े हैगे किसानों के हक विच बिल हैगे है। और इस तो इत्थे नहीं है, सरदार प्रकाश सिंह बादल जी ने भी जिहड़ा हैगा ऐलानिया कहा कि भी भाई ये हक विच हैगे बिल्स। हुण हैगा कि उस तो बाद जिहड़ा हैगा या तो समझाउण दे विच नाकामयाब रहे, फिर इन्होंने रकम यू टर्न ले लिया, फिर यू टर्न ले लिया, हुण हैगा कि अलग हो गया। लोग इन्हां ते यकीन नहीं करते तो हजे भी NDA तो गठजोड़ कहता मैं NDO तो अलग हो गया, BJP का नाम हजे भी नहीं लेंदे क्योंकि ईडिया का डर है ना, बड़ा कुछ बड़ियां फाइलां पईयां इन्हां दे जिहड़े काले कम्मां दियां। सो इस करके हाँ प्रकाश सिंह बादल द्वारा ये कहना पहला कि मेरे जिउंदे जी गठजोड़ टुट नहीं सकता, तो वो पता नहीं तो उन्होंने पूछा हो पता नहीं ना, तो मैनूं तो लगता भी ये मैं पहला भी कहता रहा 1920 च अकाली दल शुरू, 2019 च खत्म, 99 साल का पटा सी। आ जिहड़े छोटे मोटे हिसाब किताब च रहिंदे ने वो हो ही जांदे ने, 99 साल का पटा कर सुखबीर बादल का कहता कि ਸਾਡੇ ਤੋਂ ਪੁੱਛਿਆ ਨਹੀਂ ਗਿਆ, ਅਸੀਂ ਕਿਸਾਨਾਂ ਦੀ ਪਾਰਟੀ ਅਕਾਲੀ ਦਲ ਅਸੀਂ ਖੁਦ ਕਿਸਾਨ ਆ, ਜਿਹਦੇ ਕਰਕੇ ਸਾਡੇ ਤੋਂ ਸਲਾਹ ਨਾ ਲੈਣ ਕਰਕੇ ਅਸੀਂ ਜਿਹੜਾ ਰਿਸ਼ਤਾ ਉਹ ਤੋੜ ਰਹੇ ਹਾਂ ਗਠਬੰਧਨ। ਤੇ ਖੁਦ ਹੀ ਤਾਂ ਨਰਿੰਦਰ ਸਿੰਘ ਤੋਮਰ ਨੂੰ ਲਿਆ ਕੇ ਪ੍ਰੈਸ ਕਾਨਫਰੰਸ ਕਰਾਉਂਦੇ ਸੀ, ਖੁਦ ਹੀ ਸੁਖਬੀਰ ਬਾਦਲ ਨਰਿੰਦਰ ਸਿੰਘ ਤੋਮਰ ਦਾ ਲੈਟਰ ਜਾਰੀ ਕਰ ਰਹੇ ਨੇ, ਖੁਦ ਹੀ ਕਹਿ ਰਹੇ ਨੇ ਮੈਂ ਅਮਿਤ ਸ਼ਾਹ ਨੂੰ ਵੀ ਮਿਲ ਲਿਆ ਤੇ ਮੈਂ ਉਹਨਾਂ ਨੇ ਮੈਨੂੰ ਛੋਟੀ ਦਿੱਤੀ MSP ਦੀ। ਤੇ ਜੇ ਨਹੀਂ ਪੁੱਛਿਆ ਗਿਆ ਉਸ ਵੇਲੇ ਦੱਸ ਦਿੰਦੇ ਕਿ ਸਾਨੂੰ ਪੁੱਛਿਆ ਨਹੀਂ ਗਿਆ, ਉਸ ਵੇਲੇ ਅਸਤੀਫਾ ਦੇ ਦਿੰਦੇ, ਉਸ ਵੇਲੇ NDA ਛੱਡ ਦਿੰਦੇ। ਤੇ ਹੁਣ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ, ਜਦੋਂ ਬੋਰਡ ਲਾਏ ਯੂਨੀਅਨਾਂ ਨੇ ਜਥੇਬੰਦੀਆਂ ਨੇ ਕਿ ਭਾਈ ਪਿੰਡਾਂ 'ਚ ਨਾਰਾ ਜਦੋਂ ਉਹਨਾਂ ਨੇ ਲਿਖ ਕੇ ਲਾਤਾ ਕਿ ਜਿਹੜਾ ਇਸ ਬਿੱਲ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਖੜੂ ਉਹੀ ਪਿੰਡਾਂ 'ਚ ਵੜੂ, ਜਦੋਂ ਆਹ ਨਾਰਾ ਲੱਗ ਗਿਆ ਉਦੋਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਨੇ। ਮਾਨ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ BJP ਹੈ, BJP ਨਾਲ ਪਹਿਲਾਂ ਵੀ ਇਹਨਾਂ ਦੀ ਖੜਕਦੀ ਰਹੀ ਹੈਗੀ, ਪਹਿਲਾਂ ਵੀ ਉਹ ਕਹਿੰਦੇ ਰਹੇ ਸੀ ਅਸੀਂ, ਪਰ ਹੁਣ ਇਹ ਕਹਿ ਰਹੇ ਨੇ ਕਿ BJP ਜਿਹੜੀ ਪੰਜਾਬ ਦੇ ਵਿੱਚ ਸਿਰਫ ਅਕਾਲੀ ਦਲ ਕਰਕੇ ਜਿੱਤੀ ਸੀ, ਪਰ ਹੁਣ BJP ਦੇ ਜਿਹੜੇ ਕੁਝ ਨੇਤਾ ਨੇ ਉਹ ਇੱਥੋਂ ਤੱਕ ਕਹਿ ਰਹੇ ਨੇ ਕਿ ਅਸੀਂ ਨਰਿੰਦਰ ਮੋਦੀ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਜਿਹੜੀ ਇਹਨਾਂ ਦੇ ਖਿਲਾਫ ਜਾਂਚ ਹੈ ਉਹ ਹੋਰ ਤੇਜ਼ ਕੀਤੀ ਜਾਵੇ। ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਲਾਇਆ ਹੈਗਾ, ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ 100 ਸਾਲ ਤੋਂ ਸਿੱਖਾਂ ਦੇ ਨਹੀਂ ਹੋ ਸਕੇ ਉਹ ਸਾਡੇ ਕਿੱਥੋਂ ਹੋਣਗੇ। ਨਹੀਂ ਦੇਖੋ ਗੱਲ ਇਹ ਹੈ ਕਿ ਜਦੋਂ 2014 ਚ ਲੋਕ ਸਭਾ ਹੋਈ ਤਾਂ ਅਰੁਣ ਜੇਤਲੀ ਜੀ ਨੂੰ ਇਹ ਕਹਿਣਾ ਪਿਆ ਬਿਕਰਮਜੀਤ ਮਜੀਠੀਆ ਨੂੰ ਕਿ ਤੁਸੀਂ ਕਿਰਪਾ ਕਰਕੇ ਘਰੋਂ ਬਾਹਰ ਨਾ ਨਿਕਲਿਓ, ਕਿਉਂਕਿ ਜਦੋਂ ਤੁਸੀਂ ਆਉਂਦੇ ਹੋ ਲੋਕ ਨੈਗੇਟਿਵਿਟੀ ਫੈਲਾਉਂਦੇ ਨੇ ਤੇ ਲੋਕ ਸਾਨੂੰ ਗਾਲਾਂ ਕੱਢਦੇ ਆ। ਤਾਂ ਮਜੀਠੀਏ ਨੂੰ ਪ੍ਰਚਾਰ ਦੇ ਵਿੱਚੋਂ ਰੋਕਿਆ ਸੀਗਾ, ਠੀਕ ਹੈ ਜੀ। ਤੇ ਐਡਾ ਵੱਡਾ ਲੀਡਰ ਉਹਨਾਂ ਦਾ ਅਰੁਣ ਜੇਤਲੀ, ਉਹ ਹਰਾਤਾ ਤਾਂ ਉਹਨੇ ਜਾ ਕੇ ਰਿਪੋਰਟ ਇਹੀ ਦਿੱਤੀ ਜੀ ਉੱਥੇ ਇਹਨਾਂ ਨੂੰ ਲੋਕ ਨਫ਼ਰਤ ਕਰਦੇ ਆ।
ਅੰਮ੍ਰਿਤਸਰ ਤੋਂ ਫਿਰ ਹਰਦੀਪ ਪੁਰੀ ਇਸ ਵਾਰ ਹਰਾ ਕੇ ਭੇਜਤਾ। ਉਹਨੇ ਵੀ ਇਹੀ ਕਿਹਾ ਜੀ ਉੱਥੇ ਬਹੁਤ ਨਫ਼ਰਤ ਕਰਦੇ ਆ। ਸੋ ਬੀਜੇਪੀ ਕਹਿੰਦੀ ਅਸੀਂ ਤੁਹਾਡੇ ਕਰਕੇ ਹਾਰਦੇ ਰਹੇ ਹਾਂ ਕਿ ਸਾਡੀ ਵੋਟ ਤਾਂ ਤੁਹਾਨੂੰ ਪੈ ਜਾਂਦੀ ਹੈ, ਤੁਹਾਡੇ ਵਾਲੀ ਸਾਨੂੰ ਨਹੀਂ ਪੈਂਦੀ। ਸੋ ਇਸ ਕਰਕੇ ਕਿਤੇ ਨਾ ਕਿਤੇ ਹੁਣ ਜਿਹੜੇ ਪਤੀਲੇ ਦੇ ਵਿੱਚ ਕੋਈ ਸਬਜ਼ੀ ਹੋਈ ਹੈ ਨਹੀਂ, ਉਹਦੇ ਤੋਂ ਕੀ ਉਮੀਦ ਕਰਾਂਗੇ ਆਪਾਂ ਕਿ ਉਹ ਤੜਕਾ ਲੱਗ ਜਾਊਗਾ, ਜਾਂ ਕੋਈ ਉਹ ਪਤੀਲਾ ਜਿਹੜਾ ਉਹ 'ਚੋਂ ਸਾਨੂੰ ਕੋਈ ਕੜਛੀ ਕਿਸੇ ਨੂੰ ਧਾਰੀ ਦੇਣ ਜੋਗੇ ਵੀ ਹੈਗੇ ਨੇ, ਜਦੋਂ ਆਪਦੇ ਕੋਲ ਤਾਂ ਹੈ ਨਹੀਂ ਕੁਝ ਉਹਨਾਂ ਕੋਲੇ। ਸੋ ਇਸ ਕਰਕੇ ਅਕਾਲੀ ਦਲ ਜਿਹੜਾ ਲੋਕਾਂ ਦੇ ਦਿਲਾਂ 'ਚੋਂ ਲੈ ਚੁੱਕਿਆ, ਚਾਹੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਕੇ, ਉਹਦੇ ਵਿੱਚ ਨਾ ਆਉਣ ਕਰਕੇ, ਉਸ ਤੋਂ ਬਾਅਦ ਕਿੰਨੇ ਹਜ਼ਾਰਾਂ ਜਿਹੜੇ ਨੌਜਵਾਨ ਨੇ ਇਹਨਾਂ ਦੇ ਰਾਜ ਦੌਰਾਨ ਨਸ਼ਿਆਂ ਦੇ ਟੀਕੇ ਲਾ ਕੇ ਜਾਂ ਓਵਰਡੋਜ਼ ਕਰਕੇ ਮਰੇ, ਫਿਰ ਈਡੀ ਦੇ ਵਿੱਚ ਜਾਂਚ ਦੇ ਵਿੱਚ ਕੋਆਪਰੇਟ ਨਹੀਂ ਕਰ ਰਹੇ ਜਿਹੜੇ ਇਹਨਾਂ ਦੇ ਜਿਹੜੇ ਨਾਮ ਆਉਂਦੇ ਲੀਡਰਾਂ ਦੇ। ਸੋ ਕਿਤੇ ਨਾ ਕਿਤੇ ਬੀਜੇਪੀ ਜਿਹੜੀ ਹੈ ਉਹ ਪੰਜਾਬ ਦਾ ਯੂਨਿਟ ਜਿਹੜਾ ਉਹ ਇਸ ਗੱਲੋਂ ਸ਼ਾਇਦ ਖੁਸ਼ ਹੈ ਕਿ ਸਾਡਾ ਖਹਿੜਾ ਛੁੱਟ ਗਿਆ ਇਹਨਾਂ ਨੂੰ। ਤੁਹਾਨੂੰ ਮਾਨ ਸਾਹਿਬ ਹੁਣ ਕਾਰਵਾਈ ਹੋਊਗੀ, ਬੀਜੇਪੀ ਕਾਰਵਾਈ ਕਰੂਗੀ, ਸੀਬੀਆਈ ਈਡੀ ਦੇ ਜਿਹੜੇ ਰੁਕੇ ਹੋਏ ਸੀ ਕਿਉਂਕਿ ਕਿਸਾਨ ਸੀਗੀ ਉਦੋਂ ਦਾ ਪਹਿਲਾਂ ਤਾਂ। ਦੇਖੋ ਜੀ ਜੇ ਕਰਨੀ ਤਾਂ ਵੈਸੇ ਪਹਿਲਾਂ ਚਾਹੀਦੀ ਸੀ, ਕਾਨੂੰਨ ਤੱਕ ਆਪਦਾ ਕੰਮ ਕਰਨਾ ਚਾਹੀਦਾ, ਪਰ ਹੁਣ ਸ਼ਾਇਦ ਇਹੀ ਗੱਲਾਂ ਕਰਕੇ ਇਹ ਉਹਨਾਂ ਨੂੰ ਬਾਂਹ ਮਰੋੜ ਕੇ ਪਹਿਲਾਂ ਫੈਸਲੇ ਕਰਾਉਂਦੇ ਰਹੇ ਨੇ ਕਿ ਤੁਹਾਡੀ ਆਹ ਫਾਈਲ ਪਈ ਹੈ। ਤੇ ਜੇ ਕਿਤੇ ਕਾਰਵਾਈ ਹੋਵੇ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਰਾਹਤ ਹੀ ਮਿਲੂਗੀ ਕਿ ਘੱਟੋ ਘੱਟ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤਾਂ ਹੋਣਾ ਚਾਹੀਦਾ। ਜਿਹੜਾ ਇਹਨਾਂ ਨੇ ਝੋਨੇ ਦੀ ਜਿਹੜੀ ਖਰੀਦ ਸੀ ਕਿ 1 ਅਕਤੂਬਰ ਨੂੰ ਹੋਈ, ਕੇਂਦਰ ਨੇ ਪਹਿਲਾਂ ਹੀ 26 ਤੋਂ ਸ਼ੁਰੂ ਕਰਵਾਤੀ, ਉਹਦੇ ਮਾਇਨੇ ਕੀ? ਬਸ ਉਹ ਵੀ ਇਹੀ ਹੈ ਕਿ ਭਟਕ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਸਿੱਧੇ ਤੌਰ ਤੇ ਭਗਵੰਤ ਮਾਨ ਦੇ ਵੱਲੋਂ ਨਿਸ਼ਾਨਾ ਸਾਧਿਆ ਕਿਹਾ ਕਿ ਹੁਣ ਪਛਤਾਉਣ ਦੇ ਨਾਲ ਕੀ ਹੋਵੇਗਾ, ਹੁਣ ਤਾਂ ਮੋਦੀ ਖੇਤ ਚੁੱਗ ਗਿਆ ਹੈ, ਤਾਂ ਲੇਟ ਹੋ ਗਈ ਹੈ। ਅਕਾਲੀ ਦਲ ਗੱਠਜੋੜ ਤੋੜਨ ਦੇ ਵਿੱਚ ਅਕਾਲੀ ਦਲ ਨੂੰ 6 ਮਹੀਨੇ ਪਹਿਲਾਂ ਇਹ ਫੈਸਲਾ ਲੈਣਾ ਚਾਹੀਦਾ ਸੀ ਤੇ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ ਵਿਰੋਧੀਆਂ ਦੇ ਵੱਲੋਂ। ਹਾਲਾਂਕਿ ਉਧਰ ਹਰਪਾਲ ਚੀਮਾ ਦੇ ਵੱਲੋਂ ਵੀ ਆਪਣੇ ਅੰਦਾਜ਼ ਦੇ ਵਿੱਚ ਵਿਅੰਗ ਕੱਸਿਆ ਗਿਆ ਹੈ ਤੇ ਕਾਂਗਰਸ ਵੀ ਇਸ ਗੱਠਜੋੜ ਤੋੜੇ ਜਾਣ ਨੂੰ ਸਿਆਸੀ ਸਟੰਟ ਕਰਾਰ ਦੇ ਰਹੀ ਹੈ। ਹਾਲਾਂਕਿ ਉਹੀ ਵਿਰੋਧੀ ਨੇ ਜਦੋਂ ਤੱਕ ਕੇਂਦਰ ਦੀ ਕੁਰਸੀ ਨਹੀਂ ਛੱਡੀ ਗਈ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਕੇਂਦਰ ਦੇ ਵਿੱਚ ਭਾਈਵਾਲ ਹੈ, ਜਦੋਂ ਕੁਰਸੀ ਛੱਡ ਦਿੱਤੀ ਤਾਂ ਉਸ ਤੋਂ ਬਾਅਦ ਐਨਡੀਏ ਦੇ ਨਾਲ ਨਾਤਾ ਤੋੜਨ ਦੀਆਂ ਗੱਲਾਂ ਹੋ ਰਹੀਆਂ ਸੀ। ਹੁਣ ਜਦੋਂ ਨਾਤਾ ਵੀ ਅਕਾਲੀ ਦਲ ਦੇ ਵੱਲੋਂ ਤੋੜ ਦਿੱਤਾ ਗਿਆ ਹੈ ਤਾਂ ਹੁਣ ਇਹ ਕਹਿ ਕੇ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ ਹੈ ਕਿ ਅਕਾਲੀ ਦਲ ਲੇਟ ਹੋ ਗਿਆ ਹੈ, ਬੀਜੇਪੀ ਦੇ ਨਾਲ ਆਪਣਾ ਰਿਸ਼ਤਾ ਤੋੜਨ ਦੇ ਵਿੱਚ ਅਕਾਲੀ ਦਲ ਨੇ ਦੇਰੀ ਕਰ ਦਿੱਤੀ है। देखिए, जब बिल पास हो गया तब तक अकाली दल की सपोर्ट किसको थी? बीजेपी को थी। तब तक इस कानून के पक्ष में बात कर रहे थे। अब जब वो पास हो गया, जब देश की पार्लियामेंट में जहां इनको चुन के लोगों ने भेजा है, तो उसी वक्त तक किसी की बात नहीं की। अब ये गठजोड़ तोड़ने की बात कर रहे हैं। ये गठजोड़ तोड़ना था तो कम से कम 6 मंथ 6 महीने पहले तोड़ते, तब जाके लोगों का फायदा होता। अब पंजाब के बच्चे को पता है कि अकाली दल जो है वो ड्रामे कर रहा है, ड्रामेबाज पार्टी बन चुका है। जैसे कोई ड्रामेबाज होता है उसको कोई लोग सीरियस नहीं लेते। इस वक्त भी जो है सुखबीर सिंह बादल उसकी पार्टी को कोई भी पंजाब में सीरियस नहीं ले रहा। देखो इस तरह है कि नंबर 1 ਤਾਂ ਸਾਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਔਰ ਬੀਜੇਪੀ ਦਾ ਨਾਤਾ ਰਹਿੰਦਾ ਜਾਂ ਟੁੱਟਦਾ ਹੈ। ਇਹ ਸਿਰਫ ਔਰ ਸਿਰਫ ਇਹਨਾਂ ਦੇ ਸਿਆਸੀ ਲਾਹਿਆਂ ਦੇ ਨਾਤੇ ਨੇ। ਪਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਕਿਸਾਨ ਦਾ, ਪੰਜਾਬ ਦੇ ਵਪਾਰੀ ਦਾ, ਆੜਤੀ ਦਾ, ਮਜ਼ਦੂਰ ਦਾ ਔਰ ਪੰਜਾਬ ਦੇ ਅਰਥ ਵਿਵਸਥਾ ਦਾ ਲੱਕ ਹੈ ਜਿਹੜਾ, ਉਹ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਤੋੜ ਦਿੱਤਾ ਇਹਨਾਂ 3 ਕਾਲੇ ਕਾਨੂੰਨਾਂ ਦੇ ਤਹਿਤ। ਉਸ ਕਰਕੇ ਲੋਕ ਪੰਜਾਬ ਦੇ ਕਦੇ ਇਹਨਾਂ ਨੂੰ ਮਾਫ ਨਹੀਂ ਕਰਨਗੇ। ਨੰਬਰ 1, ਸਾਡਾ ਕੋਈ ਇੰਟਰਸਟ ਨਹੀਂ ਕਿ ਇਕੱਠੇ ਰਹਿਣ ਕੇ ਅਲੱਗ-ਅਲੱਗ ਰਹਿਣ। 0+0 ਦੇਖੋ, ਪਹਿਲਾਂ ਤਾਂ ਇਹ ਜਿਹੜਾ ਭਾਵੇਂ ਉਹ ਅਸਤੀਫਾ ਆ ਹਰਸਿਮਰਤ ਕੌਰ ਬਾਦਲ ਜੀ ਨੇ ਦਿੱਤਾ ਤੇ ਭਾਵੇਂ ਉਹਨਾਂ ਨੇ ਗੱਠਜੋੜ ਜਿਹੜਾ ਬ੍ਰੇਕ ਕੀਤਾ ਆ, ਪਹਿਲੀ ਗੱਲ ਤਾਂ ਮੈਂ ਇਹਦਾ ਜਿਹੜਾ ਸਿਹਰਾ ਆ ਪੂਰੇ ਪੰਜਾਬ ਦੇ ਲੋਕਾਂ ਨੂੰ, ਪੂਰੇ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈ ਕਿ ਜਿਹੜਾ ਐਕਚੁਅਲ 'ਚ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਸੀਗਾ। ਸੋ ਇਹ ਭਾਵੇਂ ਗੱਠਜੋੜ ਤੋੜਿਆ ਆ, ਭਾਵੇਂ ਉਹਨਾਂ ਨੇ ਆਪਦੀ ਕੁਰਸੀ ਛੱਡੀ ਆ, ਇਹ ਉਹਨਾਂ ਨੇ ਛੱਡੀ ਨਹੀਂ, ਨਾ ਉਹਨਾਂ ਨੇ ਗੱਠਜੋੜ ਤੋੜਿਆ, ਇਹ ਲੋਕਾਂ ਨੇ ਤੜਵਾਇਆ ਹੈ। ਕਿਉਂਕਿ ਇਸ ਵੇਲੇ ਜਦੋਂ ਪੂਰੇ ਪੰਜਾਬ ਦਾ ਮਾਹੌਲ ਦੇਖ ਲਿਆ, ਸੜਕਾਂ ਤੇ ਰੋਸ ਦੇਖ ਲਿਆ ਕਿ ਹਰ ਵਰਗ ਦੇ ਵਿੱਚ ਇੰਨਾ ਕੁ ਗੁੱਸਾ ਆ, ਇੰਨਾ ਕੁ ਰੋਸ ਆ ਕਿ ਹਰ ਵਰਗ ਨੂੰ ਜਿਹੜੀ ਇੱਕ ਸੱਚਾਈ ਦਾ ਪਤਾ ਲੱਗ ਚੁੱਕਿਆ ਕਿ ਕਿਵੇਂ ਇਹਨਾਂ ਨੇ ਰਲ ਮਿਲ ਕੇ ਕਿਵੇਂ ਮੋਦੀ ਸਰਕਾਰ ਦੇ ਏਜੰਟ ਬਣ ਕੇ ਈਵਨ ਕਿ 25 ਤਰੀਕ ਦੇ ਜਿਹੜੇ ਧਰਨੇ ਆ ਉਹਨਾਂ ਨੂੰ ਖਤਮ ਕਰਨ ਦੀਆਂ ਪਲੈਨਿੰਗਸ ਕੀਤੀਆਂ, ਉਹਨਾਂ ਨੂੰ ਹਾਈਜੈਕ ਜਿਹੜੇ ਕਿਸਾਨ ਜਥੇਬੰਦੀਆਂ ਵਾਲੇ ਮੋਰਚੇ ਲਾਏ ਜਾ ਰਹੇ ਸੀ ਉਹਨਾਂ ਨੂੰ ਹਾਈਜੈਕ ਕਰਨ ਦੀਆਂ ਪਲੈਨਿੰਗਸ ਕੀਤੀਆਂ। ਸੋ ਲੋਕਾਂ ਦੇ ਵਿੱਚ ਜਿਹੜੀ ਸੱਚਾਈ ਹੈ ਉਹਨਾਂ ਨੂੰ ਸੱਚ ਪਤਾ ਲੱਗ ਚੁੱਕਿਆ ਕਿ ਲਗਾਤਾਰ ਇਹ ਪਰਿਵਾਰ, ਬਾਦਲ ਪਰਿਵਾਰ ਪੰਜਾਬ ਨੂੰ ਗਮਰਾਹ ਕਰਦਾ ਆ ਰਿਹਾ ਆ ਤੇ ਲੋਕਾਂ ਦਾ ਰੋਸ ਦੇਖਦੇ ਹੋਏ ਅਸਲ ਦੇ ਵਿੱਚ ਇਹਨਾਂ ਨੂੰ ਜਿਹੜਾ ਐਡਾ ਵੱਡਾ ਸਟੈਪ ਮੈਂ ਕਹਿੰਦੀ ਹਾਂ ਉਹ ਲੈਣਾ ਪਿਆ। ਤਾਂ ਲਗਾਤਾਰ ਹੁਣ ਸਿਆਸੀ ਪੁਚਾਲ ਆਇਆ ਹੈ, ਵਿਰੋਧੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ। ਇਸੇ ਤਹਿਤ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਗੱਠਜੋੜ ਟੁੱਟਣ ਤੇ ਲਿਖਦੇ ਨੇ ਵਿਜੇ ਸਾਂਪਲਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਐਨਡੀਏ ਤੋਂ ਬਾਹਰ ਆਉਣਾ ਮੰਦਭਾਗਾ ਹੈ, ਪਰ ਇੱਕ
ਨਵੀਂ ਚੁਣੌਤੀ ਹਮੇਸ਼ਾ ਇੱਕ ਨਵਾਂ ਮੌਕਾ ਲੈ ਕੇ ਆਉਂਦੀ ਹੈ। ਮੇਰਾ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪਹਿਲਾਂ ਹੀ ਅੰਦਰੂਨੀ ਕਲੇਸ਼ ਦੇ ਨਾਲ ਜੂਝ ਰਿਹਾ ਹੈ ਕਦੇ ਵੀ ਫਲਦਾਇਕ ਨਹੀਂ ਹੋਵੇਗਾ। ਤਾਂ ਵਿਜੇ ਸਾਂਪਲਾ ਦੇ ਵੱਲੋਂ ਟਵੀਟ ਕੀਤਾ ਗਿਆ ਹੈ। ਗੱਠਜੋੜ ਟੁੱਟਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਤੇ ਉਧਰ ਆਪ ਇੰਚਾਰਜ ਜਰਨੈਲ ਸਿੰਘ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ। ਜਰਨੈਲ ਸਿੰਘ ਨੇ ਟਵੀਟ ਕਰਦਿਆਂ ਕਿਹਾ, ਖੇਤੀ ਆਰਡੀਨੈਂਸ ਦੇ ਫਾਇਦੇ ਦੱਸਣ ਵਾਲੇ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠਜੋੜ ਟੁੱਟਣਾ ਸਾਰੇ ਕਿਸਾਨਾਂ ਅਤੇ ਪੰਜਾਬੀਆਂ ਦੀ ਜਿੱਤ ਹੈ, ਡਟੇ ਰਹੋ ਭਰਾਵੋ। ਤਾਂ ਇਹ ਟਵੀਟ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਇੰਚਾਰਜ ਪੰਜਾਬ ਦੇ ਜਰਨੈਲ ਸਿੰਘ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ। ਤਾਂ ਇਧਰ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਤੋਂ ਉੱਪਰ ਕੋਈ ਗੱਠਜੋੜ ਨਹੀਂ ਹੈ ਤੇ ਕਿਸਾਨੀ ਦੇ ਕਰਕੇ ਅਸੀਂ ਇਹ ਫੈਸਲਾ ਲਿਆ, ਜਦਕਿ ਕਾਂਗਰਸ ਦੇ ਵੱਲੋਂ ਲਗਾਤਾਰ ਇਸ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ। ਸੁਨੀਲ ਜਾਖੜ ਅਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਗੱਠਜੋੜ ਤੋੜਿਆ ਨਹੀਂ ਹੈ ਬਲਕਿ ਮੌਕਾ ਸੰਭਾਲਿਆ ਹੈ। ਅਕਾਲੀ ਦਲ ਨੇ ਸਮਾਂ ਰਹਿੰਦਿਆਂ ਹੀ ਛੱਡਿਆ ਨਹੀਂ, ਕੱਢਿਆ ਗਿਆ। ਅਸਤੀਫਾ ਦਿੱਤਾ ਨਹੀਂ ਸੀ, ਅਸਤੀਫਾ ਲਿਆ ਗਿਆ ਸੀਗਾ। ਇਸ ਗਠਬੰਧਨ ਚੋਂ ਕੱਢਣ ਦੇ ਨਾਲ ਉਹਨਾਂ ਨੇ, ਸੁਖਬੀਰ ਜੀ ਨੇ ਜਿਸ ਤਰ੍ਹਾਂ ਆਪਣੀ ਬੱਸ ਦਾ ਪਰਮਿਟ ਲੈਂਦੇ ਆ ਨਾ ਪੰਜਾਬ 'ਚ ਐਂਟਰੀ ਦਾ, ਇੰਟਰਸਟੇਟ, ਉਹਨਾਂ ਨੇ ਪੰਜਾਬ 'ਚ ਐਂਟਰੀ ਦਾ ਪਰਮਿਟ ਲੈਣ ਦੀ ਕੋਸ਼ਿਸ਼ ਕੀਤੀ ਹੈ, ਲਾਇਸੈਂਸ ਲੈਣ ਦੀ ਕੋਸ਼ਿਸ਼ ਕੀਤੀ ਹੈ ਵੀ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਕਿਸਾਨ ਵੜਨ ਦੇਣ। ਕਿਸਾਨ ਪਿੰਡਾਂ 'ਚ ਵੜਨ ਦਿੰਦੇ ਆ, ਨਹੀਂ ਵੜਨ ਦਿੰਦੇ, ਪਰ ਕਿਸਾਨਾਂ ਨੇ ਇਸ ਲੀਡਰਸ਼ਿਪ ਨੂੰ, ਇਹ ਅਕਾਲੀ ਜਿਹੜੇ ਲੀਡਰ ਹੈ ਇਹਨਾਂ ਨੂੰ ਮੂੰਹ ਨਹੀਂ ਲਾਣਾ। ਇਹਨਾਂ ਦੀ ਅਸਲੀਅਤ ਸਾਹਮਣੇ ਆ ਗਈ। ਲੋਕ ਸਮਝ ਚੁੱਕੇ ਹੈ ਵੀ ਆਹ ਆਪਣੀ ਕੁਰਸੀ ਵਾਸਤੇ ਕਿਸੇ ਦਾ ਵੀ ਸੌਦਾ ਕਰ ਦੇਣਗੇ। ਇਹ ਮੀਟਿੰਗ ਤਾਂ ਦਿਨੇ ਵੀ ਹੋ ਸਕਦੀ ਸੀ, ਪਰ ਇਹਨਾਂ ਨੂੰ ਪਤਾ ਚੱਲ ਗਿਆ ਕਿ ਬੀਜੇਪੀ ਨੇ ਇਸ ਗੱਲ ਦਾ ਸਖਤ ਇਤਰਾਜ਼ ਕੀਤਾ ਹੈ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਖਿਲਾਫ, ਯਾਰ ਇਹ ਕੋਈ ਮਤਲਬ ਕਿਸੇ ਪ੍ਰਧਾਨ ਦੇ ਅਲਫਾਜ਼ ਹੋ ਸਕਦੇ ਆ? ਜੇ ਵੱਡੇ ਤੋਂ ਵੱਡੇ ਕੋਈ ਆਪਾਂ ਪਾਕਿਸਤਾਨ ਦੇ ਵੀ ਕਿਸੇ ਪ੍ਰਾਈਮ ਮਿਨਿਸਟਰ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਆਪਾਂ ਪ੍ਰਧਾਨ ਮੰਤਰੀ ਜੀ ਜਾਂ ਵਜ਼ੀਰ ਆਜ਼ਮ ਜਾਂ ਕੋਈ ਉਹਨਾਂ ਦੇ ਕੋਈ ਜੀ ਲਾਉਨੇ ਆ ਉਹਨਾਂ ਦੇ ਨਾਂ ਦੇ ਮਗਰ। ਤੇ ਇਹਨਾਂ ਨੇ ਇਹੀ ਕਹਿਤਾ ਕਿ ਮੈਂ ਤਾਂ ਮੋਦੀ ਤੇ ਮੱਬ ਮਾਰਤਾ। ਜੇ ਰਾਤ ਨੂੰ ਅੱਧੀ ਰਾਤ ਨੂੰ ਮੀਟਿੰਗ ਨਾ ਕਰਦੇ ਤਾਂ ਅਕਾਲੀ ਦਲ ਨੂੰ ਅੱਜ ਸਵੇਰੇ ਉਹਨਾਂ ਨੇ ਐਨਡੀਏ ਚੋਂ ਆਪ ਹੀ ਕੱਢ ਦੇਣਾ ਸੀ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਹਾ ਹੈ ਇਹਨਾਂ ਦਾ ਕੋਈ ਤਾਲਮੇਲ ਨਹੀਂ ਸੀ, ਆਪਸੀ ਬਣਦੀ ਨਹੀਂ ਸੀ ਗੱਲ। ਕਾਂਗਰਸ ਪਾਰਟੀ ਨੇ ਹਮੇਸ਼ਾ ਕਿਹਾ ਇਹ ਤਾਂ ਸਿਰਫ ਮਤਲਬ ਪ੍ਰਸਤੀ ਹੈ ਨਾ, ਜਦੋਂ ਸਰਕਾਰ ਬਣਾਉਣੀ ਹੈ, ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਹੈ, ਉਹਨਾਂ ਦਾ ਗੱਠਜੋੜ ਹੋ ਜਾਂਦਾ ਹੈ। ਜਦੋਂ ਇਹਨਾਂ ਦੀ ਆਪਣੀ ਪਾਰਟੀ ਦੀ ਗੱਲ ਆਉਂਦੀ ਹੈ, ਹਮੇਸ਼ਾ ਕਾਂਗਰਸ ਨੇ ਕਿਹਾ ਕਿ ਨਪਾਕ ਗੱਠਜੋੜ ਹੈ। ਇਹ ਅੱਜ ਨਹੀਂ ਟੁੱਟਿਆ, ਪਹਿਲਾਂ ਵੀ ਟੁੱਟਿਆ ਕਈ ਵਾਰੀ। ਪਹਿਲਾਂ ਵੀ ਤੁਹਾਡੇ ਯਾਦ ਹੋਣਾ ਹੈ, ਬੜੀ ਦੇਰ ਪਹਿਲਾਂ ਗੱਠਜੋੜ ਟੁੱਟਿਆ ਸੀ ਔਰ ਬੀਜੇਪੀ ਵਾਲੇ ਕਹਿੰਦੇ ਸੀ, ਅਕਾਲੀ ਦਲ ਵਾਲੇ ਇਹਨਾਂ ਨੂੰ ਪਤਾ ਕੀ ਕਹਿੰਦੇ ਸੀ, ਧੋਤੀ ਟੋਪੀ ਜਮਨਾ ਪਾਰ। ਤੁਸੀਂ ਪੰਜਾਬ 'ਚ ਨਹੀਂ ਕਹਿੰਦੇ ਆ ਸਕਦੇ, ਧੋਤੀ ਟੋਪੀ ਜਮਨਾ ਪਾਰ। ਤੇ ਬੀਜੇਪੀ ਵਾਲੇ ਕਹਿੰਦੇ ਸੀ ਕੱਛ ਕੜਾ ਕਿਰਪਾਨ, ਧੱਕ ਦਿਆਂਗੇ ਪਾਕਿਸਤਾਨ। ਇਹ ਨਪਾਕ ਗੱਠਜੋੜ ਹੈ, ਇਹਨਾਂ ਦਾ ਮਤਲਬ ਪ੍ਰਸਤੀ ਸੀ। ਗਠਬੰਧਨ ਕੋਈ ਅੱਜ ਦਾ ਨਹੀਂ ਟੁੱਟਿਆ ਹੋਇਆ, ਇਹ ਹਰਿਆਣੇ ਦੀਆਂ ਰਾਜ ਦੀਆਂ ਚੋਣਾਂ ਦੇ ਵਿੱਚ ਵੀ ਟੁੱਟ ਗਿਆ ਸੀ, ਇਹ ਦਿੱਲੀ ਦੀਆਂ ਚੋਣਾਂ ਵਿੱਚ ਵੀ ਟੁੱਟ ਗਿਆ ਸੀ। ਇਹ ਤਾਂ ਇੱਕ ਬਸ ਇਹਨੂੰ ਘਸੀਟੀ ਆ ਰਹੇ ਸੀ ਅਕਾਲੀ, ਸੁਣਵਾਈ ਇਹਨਾਂ ਦੀ ਉੱਥੇ ਕੋਈ ਹੈ ਨਹੀਂ ਸੀ। ਫੇਲ ਹੋ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਠਬੰਧਨ ਨੂੰ ਕਾਇਮ ਰੱਖਣ ਦੇ ਵਿੱਚ ਔਰ ਪੰਜਾਬ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਦੇ ਵਿੱਚ। ਫੇਲ ਹੋ ਗਿਆ ਸੁਖਬੀਰ ਬਾਦਲ ਤੇ ਬੀਬੀ ਹਰਸਿਮਰਤ ਕੌਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਵਿੱਚ। ਉਹ ਆਪਣੇ ਗਠਬੰਧਨ ਤੋਂ ਕੰਮ ਨਹੀਂ ਲੈ ਸਕੇ, ਸਿਰਫ ਆਪਣੇ ਮਫਾਦਾਂ ਵਾਸਤੇ, ਆਪਣੇ ਕੰਮਾਂ ਵਾਸਤੇ ਹੀ ਕੇਂਦਰ ਸਰਕਾਰ ਦੇ ਨਾਲ ਰਹੇ। ਟੁੱਟ ਗਈ ਤਲਾਕ ਕਰਕੇ ਦੀ ਲੋਕਾਂ ਦੀ ਜਿੱਤ ਹੋਈ ਹੈ, ਕਿਸਾਨੀ ਦੀ ਜਿੱਤ ਹੋਈ ਹੈ। ਕਿਸਾਨੀ ਨੇ, ਉਹਨਾਂ ਦੇ ਇਕੱਠ ਨੇ, ਪੰਜਾਬੀਆਂ ਦੇ ਇਕੱਠ ਨੇ ਮਜਬੂਰ ਕਰਤਾ ਸੁਖਬੀਰ ਜੀ ਨੂੰ, ਉਹਨਾਂ ਦੀ ਧਰਮ ਪਤਨੀ ਨੂੰ ਪਹਿਲਾਂ ਅਸਤੀਫਾ ਦੇਣ ਲਈ ਤੇ ਹੁਣ ਗੱਠਜੋੜ ਤੋੜਨ। ਦੇਖੋ, ਲੋਕਾਂ ਨੂੰ ਬੇਵਕੂਫ ਸਦਾ ਨਹੀਂ ਬਣਾਇਆ ਜਾ ਸਕਦਾ। ਅਕਾਲੀ ਦਲ ਔਰ ਬੀਜੇਪੀ ਦਾ ਅੱਜ ਗਠਬੰਧਨ ਟੁੱਟ ਗਿਆ। ਇਹ ਨਾਪਾਕ ਗਠਬੰਧਨ ਸੀ। ਇਹ ਫਿਰਕਾ ਪ੍ਰਸਤ ਦੋਨੇ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਇੱਕ ਸਿੱਖਾਂ ਦੀ ਲੀਡਰ ਕਹਿੰਦੀ ਆ,
एक हिंदुआं दा लीडर कहते हैं, लेकिन कोई देश का लीडर नहीं कहता, कोई सांझी वार्ता का लीडर नहीं कहता। और मैनू महसूस होया कि अज जिहड़ा ये गठबंधन टुटिया, ये लालच के आधार से गठबंधन टुटिया। ये उस वक्त गठबंधन टुटिया जो राजनीतिक पैर सड़न लगे अकाली दल दे। उस तो पहले अकाली दल बीजेपी के तलवे चढ़ रहा सी। अज अकाली दल नूं पता लग गया कि पंजाब के लोगों ने अपने दरवाजे बंद कर दिते ते उन्हां गठबंधन तोड़ दिता। और ना बीजेपी का देश दे विच कोई आधार रहना, ना अकाली दल का पंजाब च आधार रहना। जो किसानों से टकराएगा चूर चूर हो जाएगा। देखो गल इदां है कि बख्तों खुंजी डूमरी गावे हाल पताल, पंजाबी की बड़ी पुरानी कहावत है। जो इन्होंने अज तो 6 महीने पहला करना चाहिए सी, वो अज किया इन्होंने। लेकिन मैं इस गल लई अकाली दल ने इस वेले मजबूरी बस किया। ਇਹਦੀ ਮਜਬੂਰੀ ਲੋਕਾਂ ਨੇ, ਪੰਜਾਬ ਦੇ ਕਿਸਾਨਾਂ ਨੇ ਬਣਾਤੀ ਸੀ, ਪੰਜਾਬ ਦੇ ਲੋਕਾਂ ਨੇ ਬਣਾਤੀ ਸੀ, ਪੰਜਾਬ ਦੇ ਮਜ਼ਦੂਰਾਂ ਨੇ ਬਣਾਤੀ ਸੀ। ਔਰ ਜਦੋਂ ਇਹਨਾਂ ਨੂੰ ਪਤਾ ਲੱਗਾ ਸਾਡੀ ਜ਼ਮੀਨ ਸਾਡੇ ਪੈਰੋਂ ਥੱਲੋਂ ਨਿਕਲ ਰਹੀ ਹੈ, ਤਾਂ ਇਹਨਾਂ ਨੂੰ ਮਜਬੂਰ ਨੂੰ ਬਸ ਰਹਿਣਾ ਪਿਆ। ਇੱਕ ਟੋਟਲੀ ਇੱਕ ਸਟੰਟ ਹੈ। ਤਾਂ ਕਾਂਗਰਸ ਦੇ ਵੱਲੋਂ ਸਿੱਧੇ ਤੌਰ ਤੇ ਸਿਆਸੀ ਸਟੰਟ ਕਰਾਰ ਦਿੱਤਾ ਜਾ ਰਿਹਾ ਹੈ। ਅਕਾਲੀ ਬੀਜੇਪੀ ਦੇ ਗੱਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਤੇ ਨਿਸ਼ਾਨਾ ਅਜੇ ਵੀ ਸਾਧਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਸਿਰਫ ਇੱਕ ਮਜਬੂਰੀ ਬਣ ਗਈ ਸੀ, ਕੋਈ ਨੈਤਿਕਤਾ ਦੇ ਆਧਾਰ ਤੇ ਗੱਠਜੋੜ ਨਹੀਂ ਤੋੜਿਆ। ਸੁਨੀਲ ਜਾਖੜ ਦੇ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਪਾਰਟੀ ਛੱਡੀ ਨਹੀਂ ਗਈ, ਬਲਕਿ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ। ਅਸਤੀਫਾ ਦਿੱਤਾ ਨਹੀਂ ਗਿਆ, ਬਲਕਿ ਅਸਤੀਫਾ ਲਿਆ ਗਿਆ ਹੈ ਕੇਂਦਰ ਦੇ ਵੱਲੋਂ। ਤਾਂ ਲਗਾਤਾਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਇਸ ਵੱਡੀ ਖਬਰ ਤੇ ਮਹਾ ਕਵਰੇਜ ਜਾਰੀ ਹੈ। ਫਿਲਹਾਲ ਇੱਕ ਛੋਟੇ ਜਿਹੇ